Domestic employee of former Indian High Commissioner forced to work every day for 17.5 hours and paid just $9 per day. ਫੈਡਰਲ ਕੋਰਟ ਨੇ ਇਸ ਮੁਕਦਮੇ ਦਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਭਾਈ ਇਹ ਜਿਹੜਾ ਇਹਦੇ ਅਨਪੇਡ ਵੇਜਿਸ ਨੇ ਔਰ ਉਹਦੇ ਉੱਤੇ ਇੰਟਰਸਟ ਲਾ ਕੇ ਜਿਹੜਾ ਉਹ ਉਹਨਾਂ ਨੂੰ $1,36,000 ਨਵਦੀਪ ਸੂਰੀ ਪੇ ਕਰੇ ਪਰਸਨਲ ਕੈਪੈਸਿਟੀ ਚੋਂ ਸੀਮਾ ਸ਼ੇਰਗਿੱਲ ਨੂੰ। When he and his wife were away, instead of my usual chores, Mr. Suri or his wife usually would ask me to make large batches of samosas and freeze them or to clean the silverware ਕਿ ਵੀ ਜਦੋਂ ਛੁੱਟੀ 'ਤੇ ਵੀ ਗਏ ਨੇ ਉਹਨੂੰ ਆਰਾਮ ਨਾਲ ਨਹੀਂ ਬਹਿਣ ਦੇਣਾ। ਜਦੋਂ ਤੱਕ ਤਾਂ ਉਹ ਉੱਥੇ ਹਾਈ ਕਮਿਸ਼ਨਰ ਸੀ ਉਹਦੇ ਕੋਲ ਡਿਪਲੋਮੈਟਿਕ ਇਮਿਊਨਿਟੀ ਸੀ, ਉਹਦੇ 'ਤੇ ਕੇਸ ਨਹੀਂ ਸੀ ਚੱਲ। ਹੁਣ ਤਾਂ ਉਹ ਡਿਪਲੋਮੈਟਿਕ ਇਮਿਊਨਿਟੀ ਨਹੀਂ ਹੈ, ਕੇਸ ਸਿਵਲ ਕੋਰਟ 'ਚ ਗਿਆ, ਫੈਸਲਾ ਸੁਣਾਇਆ। ਔਰ ਕੀ ਹੁਣ ਜੇ ਉਹ ਨਵਦੀਪ ਸੂਰੀ ਉਹਨੂੰ ਆਨਰ ਨਹੀਂ ਕਰਦਾ ਫੈਸਲੇ ਨੂੰ, ਕੀ ਆਸਟ੍ਰੇਲੀਅਨ ਗਵਰਨਮੈਂਟ ਐਕਸਟ੍ਰੈਡੀਸ਼ਨ ਫਾਈਲ ਉਹਦੀ ਐਕਸਟ੍ਰੈਡੀਸ਼ਨ ਮੰਗੇਗੀ ਇੰਡੀਆ ਤੋਂ? India rejects Australian court's order asking ex-envoy to pay compensation to former domestic employee. We are taking up the matter with Australian authorities and would urge them to uphold its obligations under the Vienna Convention. ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਉਹ ਮੋਟੀਵੇਟਡ ਹੈ, ਉਹਦਾ ਗਲਤ ਕੰਡਕਟ ਹੈ। ਲੈਟ ਮੀ ਰੀਟਰੇਟ, ਵੀ ਰਿਜੈਕਟ ਐਨੀ ਲੋਕਲ ਸਟੈਂਡ ਆਫ ਆਸਟ੍ਰੇਲੀਅਨ ਅਥਾਰਟੀਜ਼ ਟੂ ਐਡੂਕੇਟ ਔਨ ਮੈਟਰਸ ਕੰਸਰਨਿੰਗ ਸੱਚ ਇੰਡੀਆ ਬੇਸਡ ਸਰਵਿਸ ਸਟਾਫ ਆਫ ਹਾਈ ਕਮਿਸ਼ਨ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹੁਣ ਭਾਰਤ ਆਸਟ੍ਰੇਲੀਆ ਦੇ ਨਾਲ ਵੀ ਡਿਪਲੋਮੈਟਿਕ ਟਕਰਾਅ ਵਿੱਚ ਆ ਗਿਆ ਔਰ ਮਸਲਾ ਭਾਰਤ ਦੇ ਕੈਨੇਡਾ ਵਿੱਚ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਦਾ ਹੈ। ਨਵਦੀਪ ਸੂਰੀ ਦੇ ਘਰ ਨੌਕਰਾਨੀ ਵਜੋਂ ਕੰਮ ਕਰਨ ਵਾਲੀ ਸੀਮਾ ਸ਼ੇਰਗਿੱਲ ਨੇ ਆਸਟ੍ਰੇਲੀਆ ਅਦਾਲਤ ਵਿੱਚ ਮੁਕੱਦਮਾ ਕੀਤਾ ਸੀ ਕਿ ਮੇਰੇ ਤੋਂ 17.5 ਘੰਟੇ ਜਿਹੜਾ ਕੰਮ ਕਰਾ ਲਿਆ ਜਾਂਦਾ ਪਰ ਮੈਨੂੰ ਸਿਰਫ $5 ਜਿਹੜਾ ਰੋਜ਼ਾਨਾ ਦੇ ਹਿਸਾਬ ਨਾਲ ਪੇ ਕੀਤੇ ਜਾਂਦੇ ਨੇ। ਔਰ ਆਸਟ੍ਰੇਲੀਆ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਔਰ ਕਿਹਾ ਵੀ ਹੈ ਕਿ ਹਾਈ ਕਮਿਸ਼ਨਰ ਸੂਰੀ ਹਰਜਾਨੇ ਵਜੋਂ ਸੀਮਾ ਸ਼ੇਰਗਿੱਲ ਨੂੰ $1,36,000 ਪੇ ਕਰੇ। ਸੋ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਅਦਾਲਤ ਭਾਰਤੀ ਰਾਜਦੂਤ ਤੇ ਮੁਕੱਦਮਾ ਚਲਾ ਹੀ ਨਹੀਂ ਸਕਦੀ। ਇਸ ਨਾਲ ਦੋਨਾਂ ਮੁਲਕਾਂ ਵਿੱਚ ਕੂਟਨੀਤਿਕ ਜਿਹੜੇ ਤਣਾਅ ਦੇ ਵਧਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਥੱਪੜ ਦਿਵਸ ਵੀ ਹੈ। ਸਾਡੇ ਰੈਗੂਲਰ ਵਿਊਅਰ ਔਰ ਵੈਲਵਿਸ਼ਰ ਵੀਰ ਗੁਰਮੀਤ ਸਿੰਘ ਬੱਬਰ ਜੀ ਨੇ ਸਾਨੂੰ ਚੰਡੀਗੜ੍ਹ ਤੋਂ ਯਾਦ ਦਹਾਨੀ ਕਰਵਾਈ ਹੈ। ਨਾਈਸ, ਬਹੁਤ ਮਿਹਰਬਾਨੀ। ਕਿਉਂਕਿ ਉਹ ਦਿਨ ਹੈ ਜਿੱਦਣ ਕਿ ਅਦਾਲਤ ਦੇ ਵਿੱਚ ਪੇਸ਼ੀ ਲਈ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਲਿਆਂਦਾ ਜਾ ਰਿਹਾ ਸੀ ਔਰ ਕੋਰਟ ਪ੍ਰੈਮਿਸਿਸ ਦੇ ਵਿੱਚ ਇੱਕ ਸੂਰ ਦੇ ਬੱਚੇ ਨੇ ਜਿਹੜਾ ਵੱਡਾ ਸਿਰ ਅਧਵਾਣੇ ਵਰਗਾ, ਉਸ ਨੇ ਅੱਗੇ ਆ ਕੇ ਜਿਹੜਾ ਉਹਨਾਂ ਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹਨਾਂ ਦਾ ਇੱਕ ਹੱਥ ਜਿਹੜਾ ਉਹ ਕੜੀ ਲੱਗੀ ਹੋਈ ਸੀ, ਪਰ ਉਹਨਾਂ ਨੇ ਇੱਕ ਹੱਥ ਨਾਲ ਐਸਾ ਥੱਪੜ ਮਾਰਿਆ ਕਿ ਉਹ ਘੁੰਮ ਕੇ ਜਿਹੜਾ ਥੱਲੇ ਡਿੱਗਿਆ। ਔਰ ਉਹ ਆਪਣੇ ਆਪ ਦੇ ਵਿੱਚ ਇੰਸਟੈਂਟ ਨਿਊਜ਼ ਸੀ। ਉਹ ਅੱਜ ਦਾ ਦਿਨ ਹੀ ਸੀ, 10 ਨਵੰਬਰ ਦਾ। ਸੋ ਥੱਪੜ ਦਿਵਸ ਦੀਆਂ ਵਧਾਈਆਂ। ਮਤਲਬ ਇਹ ਹੈ ਕਿ ਵੀ ਸਿੰਘ ਬੇੜੀਆਂ 'ਚ ਹੋਣ, ਹੱਥਕੜੀਆਂ 'ਚ ਹੋਣ, ਕਿਸੇ ਫਾਰਮ 'ਚ ਵੀ ਹੋਣ, ਜਿਹੜਾ ਜੇ ਤੁਸੀਂ 1 to 1 ਆ ਕੇ ਸਾਹਮਣੇ ਕਰਨਾ ਤੇ ਫਿਰ ਤੁਹਾਨੂੰ ਨਜ਼ਰ ਆ ਜਾਏਗਾ ਕਿ ਭਾਈ ਸਿੰਘਾਂ ਦੀ ਦਲੇਰੀ ਇਕੱਲੀ ਸਿਰਫ ਫੋਕੀ ਪਬਕਾਰ ਤੱਕ ਨਹੀਂ ਹੈ, ਉਹ ਗਰਾਊਂਡ ਦੇ ਉੱਤੇ ਵੀ ਹੈ। ਔਰ ਸਾਨੂੰ ਅੱਜ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਉਵੇਂ ਹੀ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਔਰ ਪੂਰੇ ਜੋਸ਼ੋ ਖਰੋਸ਼ ਦੇ ਵਿੱਚ ਹੀ ਜਦੋਂ ਜੱਜ ਦੇ ਸਾਹਮਣੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਹੀ ਆਉਂਦੇ ਨੇ। ਬਿਲਕੁਲ। ਕੱਲ੍ਹ ਅਸੀਂ ਲਾਸਟ ਟੌਪਿਕ ਰੱਖਿਆ ਸੀ ਕਿ ਆਸਟ੍ਰੇਲੀਆ ਦੇ ਦੋ ਜਿਹੜੇ ਨੇ ਇਸ਼ੂ ਦੇ ਉੱਤੇ ਅਸੀਂ ਗੱਲ ਕਰਨੀ ਸੀ, ਕਿਉਂਕਿ ਜਿੱਥੇ ਨਵੰਬਰ ਦਾ ਪਹਿਲਾ ਹਫਤਾ ਸਾਰੇ ਪਾਸੇ ਸਿੱਖ ਜੈਨੋਸਾਈਡ ਵੀਕ ਵਜੋਂ ਹਰ ਇੱਕ ਨੇ ਆਪੋ ਆਪਣੇ ਢੰਗ ਨਾਲ ਇਸ ਨੂੰ ਯਾਦ ਕੀਤਾ। ਕਿਤੇ ਕੈਂਡਲ ਲਾਈਟ ਵਿਜਲ ਸੀ, ਕਿਤੇ ਸੈਮੀਨਾਰ ਸੀ, ਕਿਤੇ ਰੋਸ ਪ੍ਰੋਟੈਸਟ ਵੀ ਸੀ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਪੂਰਾ ਜਿਹੜੀਆਂ ਨੇ ਟ੍ਰਿਬਿਊਟਸ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ ਵੀ, ਕਿਉਂਕਿ ਆਸਟ੍ਰੇਲੀਆ ਜੇ ਅਸੀਂ ਕਹੀਏ ਕਿ ਅਮਰੀਕਾ, ਕੈਨੇਡਾ, UK ਤੋਂ ਬਾਅਦ ਇਸ ਵੇਲੇ ਚੌਥੀ ਵੱਡੀ ਹੱਬ ਹੈ ਪੰਥਕ ਐਕਟੀਵਿਟੀ ਦੀ ਵੀ।
ਔਰ ਆਲਮੋਸਟ ਪਿਛਲੇ ਕੁਝ ਸਾਲਾਂ 'ਚ 300% ਆਬਾਦੀ ਜਿਹੜੀ ਹੈ ਉਹ ਵਧੀ ਹੈ। ਆਉਣ ਵਾਲੇ ਪੀਰੀਅਡ 'ਚ ਹੁਣ ਜਿਵੇਂ ਕੈਨੇਡਾ ਨਾਲ ਜੇ ਡਿਪਲੋਮੈਟਿਕ ਟਿਫ ਚੱਲ ਰਿਹਾ ਹੈ ਤੇ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਸਿੱਖ ਜਾਂ ਦੂਸਰੇ ਸਟੂਡੈਂਟਸ ਵੀ ਨੇ ਉਹ ਆਸਟ੍ਰੇਲੀਆ ਦਾ ਰੁਖ ਕਰਨਗੇ। ਔਰ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਵੀ ਮੈਲਬਰਨ, ਬ੍ਰਿਸਬੇਨ, ਸਿਡਨੀ ਕਾਮਯਾਬ ਮੁਹਿੰਮ ਚੱਲੀ। ਔਰ ਇਸੇ ਤਰ੍ਹਾਂ ਸਾਡੇ ਮੈਲਬਰਨ 'ਚ ਬੈਠੇ ਵੀਰ ਵੀ ਔਰ ਪਰਥ ਵਿਚਲੇ ਵੀਰ ਵੀ ਜਿਹੜੇ ਨੇ ਉਹ ਕਾਫੀ ਐਫਰਟ ਕਰਦੇ ਨੇ। ਜੁਆਇੰਟ ਗੁਰਦੁਆਰਾ ਕੌਂਸਲ, ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਔਰ ਫਿਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਇਹ ਪ੍ਰੋਗਰਾਮ ਕਰਦੇ ਨੇ। ਡੇਵਿਡ ਸ਼ੂਬ੍ਰਿਜ ਸੈਨੇਟਰ, ਉਸਨੇ ਵੀ ਨਵੰਬਰ ਸਿੱਖ ਨਸਲਕੁਸ਼ੀ ਦੇ ਉੱਤੇ ਜਿਹੜਾ ਹੈ ਉਹ ਲਾਈਨ ਲਈ, ਕਿਉਂਕਿ ਅਸੀਂ ਕੈਲੀਫੋਰਨੀਆ ਚਲੇ ਗਏ ਸੀ, ਅਸੀਂ ਉਸ ਨੂੰ ਪ੍ਰੋਪਰਲੀ ਕਵਰ ਨਹੀਂ ਕਰ ਸਕੇ। ਔਰ ਇਸੇ ਤਰ੍ਹਾਂ ਹੀ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਜਿਹੜਾ ਨਵੰਬਰ 4 ਨੂੰ ਜਿਹੜਾ ਹੈ ਉਹ ਐਜ਼ ਏ 3rd ਸਿੱਖ ਜੈਨੋਸਾਈਡ ਵਜੋਂ ਯਾਦ ਕੀਤਾ। ਉਹਨਾਂ ਨੇ ਇੱਕ ਵੱਡਾ ਸਮਾਗਮ ਵੀ ਗੁਰਦੁਆਰਾ ਜਿਹੜਾ ਜੌਨ ਮੈਗਾਰਥ ਪੈਵਿਲੀਅਨ ਸਾਊਥ ਪਰਥ ਦੇ ਵਿੱਚ ਕੀਤਾ ਔਰ ਕੀਰਤਨ ਔਰ ਜਿਹੜੀਆਂ ਸ਼ਰਧਾਂਜਲੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਐਕਸਪੋਜ਼ ਕਰਨਾ ਇਸ ਸਪੀਚਸ ਰਾਹੀਂ ਸਾਹਮਣੇ ਆਏ। ਔਰ ਕਿਉਂਕਿ ਉਹਨਾਂ ਦੀ ਪ੍ਰੈਸ ਰਿਲੀਜ਼ ਵਾਲੀ ਮੈਂ ਨਜ਼ਰ ਮਾਰ ਰਿਹਾ, 2 ਕ੍ਰੂਸ਼ਲ ਫੋਕਸ ਪੁਆਇੰਟ ਜਿਹੜੇ ਉਹਨਾਂ ਨੇ ਦਿੱਤੇ ਸਿੱਖ ਕਮਿਊਨਿਟੀ ਨੂੰ ਇਕੱਠੇ ਹੋਣ ਦੇ, ਔਰ ਇਹ ਕਿ ਭਾਈ ਅਸੀਂ ਮਿਲ ਕੇ ਵਿਉਂਤਬੰਦੀ ਕਰੀਏ। ਵਿਉਂਤਬੰਦੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਟੁਗੈਦਰਨੈਸ ਦਿਖਾਉਂਦੇ ਹੋ। ਔਰ ਉਹਨਾਂ ਨੇ ਬੜੇ ਪੁਖਤਾ ਅੰਦਾਜ਼ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਿ ਚੇਂਜਿੰਗ ਆਫ ਕੰਟਰੀਜ਼ ਬਾਰਡਰਸ ਇਨ ਦਾ ਸਾਊਥ ਏਸ਼ੀਅਨ ਸਬ ਕੰਟੀਨੈਂਟ ਐਂਡ ਦਾ ਸਿੱਖ ਹੋਮਲੈਂਡ, ਕਿ ਜਿਹੜੀ ਜੀਓ ਪੋਲੀਟਿਕਸ ਹੈ ਉਹ ਉਸ ਪਾਸੇ ਵੱਲ ਸੇਧਤ ਹੈ ਜਾਂ ਇਸ਼ਾਰਾ ਕਰ ਰਹੀ ਹੈ ਕਿ ਸਾਊਥ ਏਸ਼ੀਆ ਦਾ ਜਿਹੜਾ ਮੈਪ ਮੇਕਿੰਗ ਹੈ ਉਸ ਦੇ ਵਿੱਚ ਸਿੱਖ ਹੋਮਲੈਂਡ ਖਾਲਿਸਤਾਨ ਦੀ ਜਿਹੜੀ ਹੈ ਉਭਾਰ ਦੀ ਜਿਹੜੀ ਹੈ ਉਹ ਕਾਫੀ ਸੰਭਾਵਨਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਦਾ ਡਿਸਕਸ਼ਨ ਸੈਂਟਰਡ ਔਨ historical and ongoing struggle for the recognition of a Sikh homeland and addressing the border-related challenges in the South Asian subcontinent। ਮੈਨੂੰ ਖੁਸ਼ੀ ਹੁੰਦੀ ਹੈ, ਮੈਂ ਦੇਖਦਾ ਕਿ ਜਦੋਂ ਸਾਡੀ ਨਵੀਂ ਜਨਰੇਸ਼ਨ ਯੰਗਰ ਸਾਡੇ ਬੱਚੇ ਬੱਚੀਆਂ ਜਿਹੜੀ ਲੈਂਗੁਏਜ ਯੂਜ਼ ਕਰਦੇ ਨੇ, ਹੁਣ ਸਾਡੀ ਜਨਰੇਸ਼ਨ ਦੇ ਲਈ ਤਾਂ ਸਿੱਧਾ ਸੀ ਕਿ ਵੀ ਹੁਣ ਜਦੋਂ ਕੋਈ ਇਹ ਕਹੇਗਾ ਕਿ ਕਿਲ ਇੰਡੀਆ ਜਾਂ ਕੋਈ ਕਹੇਗਾ ਧੋਤੀ ਟੋਪੀ ਜਮਨਾ ਪਾਰ, ਤੇ ਬਹੁਤਿਆਂ ਨੂੰ ਜਿਹੜੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜੀ ਇਹ ਬਹੁਤ ਐਕਸਟ੍ਰੀਮ ਜਾਂ ਦੂਜੇ। ਹੁਣ ਗੱਲ ਉਹੀ ਕਹਿੰਦੇ ਨੇ ਯੰਗਰ ਵੀ, ਪਰ ਉਹ ਇੱਕ ਉਸ ਲੈਂਗੁਏਜ ਜਿਹੜੀ ਅੱਜ ਦੀ ਜਿਹੜੀ ਹੈ ਪੋਲੀਟਿਕਸ ਦੀ ਲੈਂਗੁਏਜ ਹੈ ਕਿ ਭਾਈ ਕਲੋਨੀਅਲ ਮੈਪ ਮੇਕਿੰਗ ਸੀ 47 ਤੋਂ ਪਹਿਲਾਂ, ਜੀਓ ਪੋਲੀਟਿਕਸ ਬਦਲ ਰਹੀ ਹੈ ਔਰ ਸਾਡਾ ਜਿਹੜਾ ਇਸ ਦੇ ਵਿੱਚ ਇੱਕ ਥਾਂ ਹੈ ਔਰ ਇਹ ਜਿਹੜੀਆਂ ਬਾਰਡਰ ਰਿਲੇਟਡ ਚੇਂਜਸ ਨੇ ਉਸ ਦੇ ਵਿੱਚ ਸਾਡੀ ਰੈਕਗਨੀਸ਼ਨ ਵੀ ਕਰੋ, ਕਿਉਂਕਿ ਅਸੀਂ ਐਜ਼ ਏ ਬਫਰ ਸਟੇਟ ਇਹਨਾਂ 3 ਨਿਊਕਲੀਅਰ ਚਾਈਨਾ, ਪਾਕਿਸਤਾਨ, ਇੰਡੀਆ ਜਿਹੜੀਆਂ ਇਨਹੈਰੈਂਟਲੀ ਹੌਸਟਾਈਲ ਸਟੇਟਸ ਨੇ ਇਹਨਾਂ ਦੇ ਵਿਚਾਲੇ। ਫਿਰ ਉਹਦੇ 'ਚ ਜਿਹੜਾ ਉਹਨਾਂ ਨੇ ਵੀ ਇਸ਼ੂ ਜੋ ਅਸੀਂ ਗੱਲ ਕੀਤੀ ਸੀ ਕਿ ਭਾਈ ਇੱਥੋਂ ਦੀਆਂ ਸਾਰੀਆਂ ਏਜੰਸੀਜ਼ ਵਰਿਡ ਨੇ ਕਿ ਇੰਡੀਅਨ ਇੰਟਰਫੇਰੈਂਸ ਕਿਵੇਂ ਹੋ ਰਹੀ ਹੈ। ਆਸਟ੍ਰੇਲੀਆ 'ਚ ਵੀ ਪੂਰੇ ਜ਼ੋਰ ਨਾਲ ਹੋ ਰਹੀ ਹੈ। ਈਵਨ ਜਿੱਥੇ ਕਿਤੇ ਕੋਈ ਸਮਾਲ ਸਿਟੀ ਲੈਵਲ ਦੇ ਉੱਤੇ ਕੋਈ ਐਗਜ਼ੀਬਿਸ਼ਨ ਜਾਂ ਕੋਈ ਉਹਨਾਂ ਦਾ ਫੇਅਰ ਜਾਂ ਕੋਈ ਫੂਡ ਮਿਲਣੀ ਵੀ ਹੁੰਦੀ ਹੈ, ਉਹਦੇ 'ਚ ਵੀ ਇੰਡੀਅਨ ਕੌਂਸਲੇਟ ਜਾਂ ਦੂਜੇ ਯਕੀਨੀ ਬਣਾਉਂਦੇ ਨੇ ਕਿ ਵੀ ਉੱਥੇ ਜਾ ਕੇ ਉਹ ਜਿਹੜਾ ਉਹ ਭਾਰਤ ਦੇ ਨਾਂ ਥੱਲੇ ਸਿੱਖਾਂ ਦੇ ਸਿੰਬਲ ਵੀ ਇਸਤੇਮਾਲ ਕਰਦੇ ਨੇ। ਕਿਤੇ ਚਰਖਾ ਰੱਖਤਾ, ਕਿਤੇ ਮੰਜੀ ਰੱਖਤੀ, ਕਿਤੇ ਦੂਜੀ ਕਰਤੀ, ਇਹ ਦੱਸਣ ਲਈ ਕਿ ਭਾਰਤ ਬੜਾ ਡਾਈਵਰਸ ਹੈ। ਔਰ ਉਹਨੂੰ ਵੀ ਸਿੱਖਾਂ ਨੇ ਥਾਂ ਹੁਣ ਉਹਨਾਂ ਦਾ ਕਿ ਭਾਈ ਅਸੀਂ ਵੀ ਆਰ ਪੰਜਾਬੀ ਸਿੱਖ ਜਿਹੜਾ ਉਹ, ਤੇ ਸਾਡਾ ਕਲਚਰ ਸੱਭਿਆਚਾਰ ਅਸੀਂ ਇੰਡੀਅਨ ਨਹੀਂ ਹਾਂ। ਇਸ ਲਈ ਮੈਂ ਅਕਸਰ ਇਹ ਕਿਹਾ ਵੀ ਜਦੋਂ ਜਿਨ੍ਹਾਂ ਨੇ ਪਿੱਛੇ ਜਾਣਾ ਵੀ ਹੁੰਦਾ ਉਹ ਬਜਾਏ ਇਹ ਕਹਿਣ ਦੇ ਕਿ ਜੀ ਅਸੀਂ ਇੰਡੀਆ ਚੱਲੇ ਹਾਂ, ਉਹ ਕਹਿਣ ਜੀ ਅਸੀਂ ਪੰਜਾਬ ਦੇਸ਼ ਚੱਲੇ ਹਾਂ, ਪੰਜਾਬ ਚੱਲੇ ਹਾਂ, ਸਾਡੀ ਪਛਾਣ ਦੇਸ਼ ਪੰਜਾਬ ਨਾਲ। ਜਦੋਂ ਦੇਸ਼ ਪੰਜਾਬ ਦੀ ਗੱਲ ਹੋਏਗੀ ਤੇ ਜ਼ਾਹਰ ਹੈ ਕਿ ਵੀ ਜਿਹੜੀ ਪਛਾਣ ਹੈ ਉਹ ਤਾਂ ਹੁਣ ਜਿਵੇਂ ਮੈਂ ਗੱਲ ਕੀਤੀ ਕੱਲ ਸਾਡੀ ਮੀਟਿੰਗ ਜਿਹੜੀ ਹਾਇਰ ਆਫੀਸ਼ੀਅਲਸ ਦੇ ਨਾਲ ਪਰਸੋਂ ਸੀ ਔਰ ਉਹਦੇ 'ਚ ਕਿਉਂਕਿ ਬਿਲਕੁਲ ਪ੍ਰੋਫੈਸ਼ਨਲ ਸੀ ਤੇ 2-3 ਬੀਬੀਆਂ ਜਿਹੜੀਆਂ ਜ਼ਾਹਰ FBI ਦੀਆਂ ਹੋਣਗੀਆਂ, ਉਹ ਐਸਕੌਟ ਸੀ। ਐਸਕੌਟ ਉਹਨਾਂ ਉਹ ਤੁਹਾਨੂੰ ਸਾਰੀ ਟੀਮ ਨੂੰ ਲਿਆ ਰਹੀਆਂ ਨੇ, ਐਂਟਰ ਕਿੱਥੋਂ ਦੀ ਕਰਵਾਉਣਾ। ਜਦੋਂ ਮੀਟਿੰਗ ਖਤਮ ਹੋਈ ਤੇ ਉਹ ਵਾਪਸ ਉਹਨਾਂ ਨੇ ਕਿਸੇ ਹੋਰ ਐਂਟਰੀ ਹੋਰ ਪਾਸਿਓਂ ਸੀ, ਐਗਜ਼ਿਟ ਹੋਰ ਪਾਸਿਓਂ ਸੀ, ਤੇ ਜਿਹੜੀ ਬੀਬੀ ਐਸਕੌਟ ਵਾਪਸੀ ਤੇ ਕਰਾ ਰਹੀ ਸੀ, ਮੈਂ ਇਹ ਦੇਖਿਆ ਵੀ ਉਹ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੈ। ਹਾਲਾਂ ਕਿਉਂਕਿ ਅਸੀਂ ਪ੍ਰੋਫੈਸ਼ਨਲ ਤੌਰ ਤੇ ਅੰਦਰ ਮੀਟਿੰਗ ਕਰ ਲਈ ਸੀ
ਤੇ ਕਰਦੇ ਕਰਦੇ ਜਦੋਂ ਮੇਰੇ ਬਰਾਬਰ ਆਈ ਤਾਂ ਉਹ ਮੈਨੂੰ ਕਹਿੰਦੀ ਕਿ ਬਈ I visited Golden Temple in 2015. It's a beautiful place. It's ਫਲਾਣਾ so serene and this. ਹੁਣ ਇਹ ਹਿਊਮਨ ਐਮੋਸ਼ਨ ਹੈ ਕਿ ਮੈਨੂੰ ਇਹ ਲੱਗਾ ਮੈਂ ਕਿ ਕਿਉਂਕਿ ਅੰਦਰ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਦੇ 'ਚ ਉਹੀ ਦਰਬਾਰ ਸਾਹਿਬ ਦਿਖਾ ਕੇ ਤੇ ਫਿਰ ਉਹਨੂੰ ਕਿਵੇਂ ਖੂਨੀ ਅਖਾੜਾ ਬਣਾਇਆ, ਉਹ ਡੈਡ ਬਾਡੀਜ਼ ਪਈਆਂ ਹੋਈਆਂ ਨੇ ਪਰਿਕਰਮਾ 'ਚ, ਉਹ ਸਾਰਾ ਇਮੇਜਿੰਗ ਸੀ ਔਰ ਅਕਾਲ ਤਖਤ ਜਿਹਨੂੰ ਰਬਲ ਬਣਾਇਆ ਹੋਇਆ ਸੀ ਉਹ ਸੀ। ਤੇ ਉਹਨੂੰ ਇੱਕਦਮ 8 ਸਾਲ ਪਹਿਲਾਂ ਉਹ 2015 'ਚ ਗਈ ਹੈ, ਉਹਨੇ ਕਿਹਾ ਜੀ ਬਿਊਟੀਫੁਲ ਸੈਰੀਨ ਪਲੇਸ। ਹੁਣ ਇਹ ਜਿਹੜੇ ਸਾਰੇ ਫੈਕਟਰ ਨੇ ਔਰ ਉਹ ਜਦੋਂ ਇੱਥੇ ਬੈਠੇ ਦੇਖਦੇ ਨੇ ਵੀ ਇਹਨਾਂ ਦਾ ਮੁਲਕ ਹੈ, ਇਹਨਾਂ ਦਾ ਦੇਸ਼ ਹੈ ਉਹ ਪੰਜਾਬ, ਉਹਨਾਂ ਦਾ ਪਵਿੱਤਰ ਜਿਹੜਾ ਸੈਂਕਟਮ ਸੈਂਕਟੋਰਮ ਹੈ, ਉੱਥੇ ਇਹਨਾਂ ਨੇ ਕੀ ਹਾਲ ਕੀਤਾ ਤੇ ਜੇ ਉੱਥੋਂ ਨਿਕਲ ਕੇ ਇੱਥੇ ਆਏ ਨੇ ਤੇ ਇੱਥੇ ਇਹਨਾਂ ਨਾਲ ਕੀ ਕਰ ਰਹੇ ਨੇ। ਸੋ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਕਹਾਣੀ ਰਿਪੀਟ ਹੋ ਰਹੀ ਹੈ, ਰਾਦਰ ਮੋਰ ਐਗਰੈਸਿਵਲੀ। ਇੱਥੇ ਤਾਂ ਜਿਹੜਾ ਉਹ ਥੋੜਾ ਬਹੁਤ ਜਿਹੜਾ ਪਾਰਟ ਹੈ ਉੱਥੇ ਤਾਂ ਉਹਨਾਂ ਦੇ ਕੌਂਸੂਲੇਟ ਔਰ ਦੂਜੇ ਜਿਹੜੇ ਨੇ ਉਹਨਾਂ ਨੇ ਹਿੰਦੂ ਤਵੀਆਂ ਦੇ ਆਪਣੇ ਕੋਈ ਰਹਿ ਗਵਾਰੇ ਹੋਏ ਨੇ, ਅਖਬਾਰ ਰਸਾਲੇ ਉਹਨਾਂ ਨੂੰ ਅਵਾਰਡ ਵੀ ਦਿਵਾ ਦਿੰਦੇ ਨੇ। ਔਰ ਇਹਨਾਂ ਨੇ ਸੈਕੰਡ ਨੁਕਤਾ ਲਿਆ increasing Indian interference in matters related to Australia. Concerns were raised about the growing interference of the Indian government in matters directly linked to the sovereignty and freedom of Australia. The Sikh committee emphasized the need for vigilance in protecting Australia's interest. कि ਅਸੀਂ as a Australian citizen ਇਹ ਕਹਿ ਰਹੇ ਹਾਂ ਕਿ ਇੰਡੀਆ ਦੀ ਇੰਟਰਫੇਰੈਂਸ ਆਸਟ੍ਰੇਲੀਅਨ ਮਾਮਲਿਆਂ ਦੇ ਵਿੱਚ ਵੱਧ ਰਹੀ ਹੈ, ਆਸਟ੍ਰੇਲੀਅਨ ਸ਼ਹਿਰੀਆਂ ਦੇ ਮਾਮਲਿਆਂ ਦੇ ਵਿੱਚ, ਔਰ ਇਹ ਆਸਟ੍ਰੇਲੀਆ ਦੀ ਸੋਵਰਨਿਟੀ ਐਂਡ ਫਰੀडम ਦੇ ਲਈ ਚੈਲੰਜ ਹੈ। ਔਰ ਉਹਦੇ 'ਚ ਉਹਨਾਂ ਨੇ ਕਨਕਲੂਜਨ ਦੇ ਵਿੱਚ ਇਹੀ ਕਿਹਾ ਕਿ ਦਿਸ ਰਿਮੈਂਬਰੈਂਸ ਇਵੈਂਟ ਸਰਵਡ ਐਜ਼ ਏ ਵਾਈਟਲ ਐਨੂਅਲ ਗੈਦਰਿੰਗ ਟੂ ਐਨਸ਼ੋਰ that the atrocities of 1984 are never forgotten by the future generations. By coming together each November, the Sikh committee aims to keep the memory of the victims alive and inspire a commitment to justice and peace. So ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਦੂਸਰੇ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੇ ਉੱਤੇ ਸਾੜ ਸੱਤੀ ਬੈਠੀ ਹੈ ਤੇ ਸਾੜ ਸੱਤੀ ਇਹੀ ਹੁੰਦੀ ਹੈ ਵੀ ਅਜੇ ਇੱਕ ਜਿਹੜੀ ਹੈ ਤਕਲੀਫ ਦੂਰ ਨਹੀਂ ਹੋਈ ਤਾਂ ਦੂਸਰੀ ਸਿਰ ਤੇ ਆ ਕੇ ਪੈ ਗਈ। ਹੁਣ ਕੁਛ ਅਰਸਾ ਪਹਿਲਾਂ ਤੱਕ ਆਸਟ੍ਰੇਲੀਆ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨਰ ਸੀ ਨਵਦੀਪ ਸੂਰੀ, ਔਰ ਇਹ ਨਵਦੀਪ ਸੂਰੀ ਕੋਈ ਜਿਹੜਾ ਜ਼ਾਹਰ ਹਾਈ ਕਮਿਸ਼ਨ ਇੰਡੀਅਨ ਫੋਰਨ ਸਰਵਿਸ 'ਚੋਂ ਆਇਆ ਹੋਏਗਾ, ਪਰ ਮੈਂ ਜਦੋਂ ਪਹਿਲੀ ਵਾਰ ਇਹ ਦੇਖਿਆ ਸਿਰ ਗੁੰਮ, ਸਿਰ ਦੇ ਉੱਤੇ ਕੇਸ ਨਹੀਂ, ਪੱਗ ਨਹੀਂ, ਪਰ ਮੈਨੂੰ ਲੱਗਾ ਕਿ ਵੀ ਮੈਂ ਇਹ ਨਾ ਫੋਰਨ ਸਰਵਿਸ ਦੇ ਹਵਾਲੇ ਨਾਲ ਸੁਣਿਆ ਹੋਇਆ। ਮੈਨੂੰ ਇੱਕਦਮ ਯਾਦ ਆਇਆ ਔਰ ਬਾਅਦ 'ਚ ਮੈਂ ਫਿਰ ਕਨਫਰਮ ਕੀਤਾ ਇਹਨਾਂ ਦੇ ਪ੍ਰੋਫਾਈਲ ਦੂਜੇ 'ਤੇ ਜਾ ਕੇ ਕਿ ਮੈਨੂੰ ਸੀ ਕਿ ਨਾਨਕ ਸਿੰਘ ਨਾਵਲਿਸਟ ਦੇ ਦੋ ਲੜਕੇ, ਇੱਕ ਉਹਨਾਂ ਦੇ ਪ੍ਰਿੰਸੀਪਲ ਕਮਲਜੀਤ ਸਿੰਘ ਸੂਰੀ ਜਲੰਧਰ ਗਵਰਨਮੈਂਟ ਟ੍ਰੇਨਿੰਗ ਕਾਲਜ ਦੇ ਪ੍ਰਿੰਸੀਪਲ ਸੀ, ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਦਾ ਮੈਨੂੰ ਹੁਣ ਨਾਂ ਯਾਦ ਨਹੀਂ ਆ ਰਿਹਾ। ਤੇ ਮੈਨੂੰ ਸੀ ਵੀ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਫੋਰਨ ਸਰਵਿਸ ਦੇ ਵਿੱਚ ਗਿਆ ਸੀ ਔਰ ਉਹ ਮੈਂ ਜਦੋਂ ਦੇਖਿਆ ਕਿ ਵੀ ਇਹ ਜਿਹੜਾ ਪਤਨ ਹੋਇਆ ਹੈ, ਹਾਲਾਂਕਿ ਪ੍ਰਿੰਸੀਪਲ ਕਮਲਜੀਤ ਸਿੰਘ ਸੂਰੀ ਜਲੰਧਰ ਹੁੰਦੇ ਆ ਉਹ ਤਾਂ ਖੁਦ ਕੀਰਤਨ ਜਥਾ ਬਣਾਇਆ ਹੋਇਆ ਸੀ ਉਹਨਾਂ ਨੇ, ਲੋਕਾਂ ਦੇ ਘਰਾਂ 'ਚ ਜਾ ਕੇ ਵੀ ਕਰਨਾ। ਬਹੁਤ ਪ੍ਰੇਮੀ ਸੱਜਣ, ਮੈਨੂੰ ਉਹਨਾਂ ਦੇ ਘਰ ਵੀ ਜਾਣ ਦਾ ਇੱਕ ਦੋ ਵਾਰ ਮੌਕਾ ਮਿਲਿਆ, ਉਹਨਾਂ ਦੀ ਸਿੰਘਣੀ ਸਾਹਿਬਾਂ ਵੀ ਦੂਜੇ ਵੈਰੀ ਡੈਡੀਕੇਟਿਡ। ਤੇ ਹੁਣ ਔਰ ਆਇਆ ਵੀ ਜਿਹਨੂੰ ਹੁੰਦਾ ਵੀ ਇੱਕ ਹੁੰਦਾ ਵੀ ਕੋਈ ਬੰਦਾ ਜਿਹੜਾ ਹੈ ਉਹ ਫॉर ਰਾਈਟ ਰੀਜ਼ਨਸ ਕਿਸੇ ਦੀ ਚਰਚਾ ਹੁੰਦੀ ਹੈ, ਫॉर ਰੋਂਗ ਰੀਜ਼ਨਸ ਕਿ ਨਵਦੀਪ ਸੂਰੀ ਦੇ ਨਾਲ ਜਦੋਂ ਉੱਥੇ ਉਹ ਹਾਈ ਕਮਿਸ਼ਨਰ ਰਿਹਾ, ਹੁਣ ਤਾਂ ਨਹੀਂ ਹੈ, ਹੁਣ ਤਾਂ ਸ਼ਾਇਦ ਉਹ ਰਿਟਾਇਰ ਹੋ ਗਿਆ ਹੋਇਆ, ਕਦੀ ਕਦਾਈ ਉਹਨੂੰ ਟੀਵੀ ਵਾਲੇ ਐਜ਼ ਏ ਐਕਸਪਰਟ ਸੱਦ ਲੈਂਦੇ ਨੇ। ਸੀਮਾ ਸ਼ੇਰਗਿਲ ਨਾਂ ਦੀ, ਜ਼ਾਹਰ ਹੈ ਸ਼ੇਰਗਿਲ ਨਾਂ ਤੋਂ ਸਿੱਖ ਬੈਕਗਰਾਊਂਡ ਨਜ਼ਰ ਆਉਂਦੀ ਹੈ, ਨੌਕਰਾਣੀ ਜਿਸ ਨੂੰ ਉਹਨਾਂ ਨੇ ਆਪਣੇ ਰੱਖਿਆ ਜਦੋਂ ਹਾਈ ਕਮਿਸ਼ਨਰ ਕੈਨਬਰਾ ਕੈਪੀਟਲ ਹੈ, ਜ਼ਾਹਰ ਹੈ ਉੱਥੇ ਹੀ ਹੋਏਗਾ, ਔਰ ਉਹਨਾਂ ਨੇ ਜਿਹੜਾ ਹੈ ਪ੍ਰੋਪਰ ਤਨਖਾਹ ਨਹੀਂ ਦਿੱਤੀ। ਔਰ ਜੇ ਅਸੀਂ ਅਦਾਲਤੀ ਜਿਹੜੀ ਡੀਟੇਲ ਹੈ ਉਹਦੇ 'ਤੇ ਰਿਲਾਈ ਕਰੀਏ ਤੇ ਇਹ ਉਹਨੇ ਆਪਣੀ ਐਫੀਡੇਵਿਟ ਦੇ ਵਿੱਚ ਔਰ ਜਿਹਦੇ 'ਤੇ ਉਹਨੇ ਸੀਮਾ ਸ਼ੇਰਗਿਲ ਨੇ ਕੇਸ ਕੀਤਾ, ਉਹਨੇ ਕਿਹਾ ਕਿ ਜੀ ਮੈਂ 17.5 ਘੰਟੇ ਰੋਜ਼ਾਨਾ ਮੇਰੇ ਤੋਂ ਇਹ ਕੰਮ ਲੈਂਦੇ ਸੀ ਤੇ ਮੈਨੂੰ ਸਿਰਫ $9 ਆਸਟ੍ਰੇਲੀਅਨ ਰੋਜ਼ ਦੇ ਮਿਲਦੇ ਸੀ ਔਰ ਇਹ ਮੇਰੇ ਨਾਲ ਧੱਕਾ ਹੋਇਆ। ਔਰ ਇਹ ਉਹਨੂੰ ਹੁਣ ਉਹ ਜਿਹੜੀ ਹੈ ਸੀਮਾ ਸ਼ੇਰਗਿਲ ਆਸਟ੍ਰੇਲੀਆ ਦੀ ਸਿਟੀਜ਼ਨ ਵੀ ਬਣ ਚੁੱਕੀ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਅਦਾਲਤ ਨੇ ਫੈਸਲਾ ਸੁਣਾਇਆ ਔਰ ਫੈਸਲਾ ਸੀ ਉਹਨਾਂ ਦੇ ਹੀ ਪ੍ਰੋਮੀਨੈਂਟ ਜਿਹੜੀ ਨਿਊਜ਼ਪੇਪਰ ਹੈ ਉਹਨਾਂ ਨੇ ਇਸ ਖਬਰ ਨੂੰ ਦਿੱਤਾ ਹੈ।
domestic employee of former Indian High Commissioner, forced to work every day for 17.5 hours and paid just $9 per day। ਸਿਰਫ $9 ਉਹਨੂੰ ਦਿੰਦੇ ਸੀ। ਔਰ ਉਹਦੇ 'ਚ ਉਹਨਾਂ ਨੇ ਫੈਡਰਲ ਕੋਰਟ ਨੇ ਇਸ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਭਾਈ ਇਹ ਜਿਹੜਾ ਇਹਦੇ ਅਨਪੇਡ ਵੇਜਿਸ ਨੇ ਔਰ ਉਹਦੇ ਉੱਤੇ ਇੰਟਰਸਟ ਲਾ ਕੇ ਜਿਹੜਾ ਉਹ ਉਹਨਾਂ ਨੂੰ $1,36,000 ਨਵਦੀਪ ਸੂਰੀ ਪੇ ਕਰੇ ਪਰਸਨਲ ਕੈਪੈਸਿਟੀ 'ਚੋਂ ਸੀਮਾ ਸ਼ੇਰਗਿੱਲ ਨੂੰ। ਔਰ ਇਹ ਸਾਰੇ ਕੇਸ ਸਾਹਮਣੇ ਆਇਆ ਕਿ ਭਾਈ ਉਹਦੀ ਜਿਹੜੀਆਂ ਡਿਊਟੀਜ਼ ਸੀ ਘਰ ਨੂੰ ਸਾਫ਼ ਕਰਨਾ, ਗਾਰਡਨ ਨੂੰ ਸਾਫ਼ ਕਰਨਾ ਔਰ ਸਿਰਫ ਜਾਂ ਉਹਦੇ ਸੂਰੀ ਦੇ ਕੁੱਤੇ ਨੂੰ ਬਾਹਰ ਸੈਰ ਕਰਾਉਣੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਸਿਰਫ ਉਹਨੂੰ ਜਿਹੜਾ ਹੈ ਉਹ 13 ਮਹੀਨੇ ਦੇ ਕੰਮ ਲਈ ਸਿਰਫ $3,400 ਦਿੱਤੇ ਗਏ, ਜਿਹੜਾ ਬਿਲਕੁਲ ਬਣਦਾ ਹੈ ਕਿ ਭਾਈ ਉਹ $9 ਪਰ ਡੇ ਦੇ। ਔਰ ਫਿਰ ਉਹਨੇ ਕਿਹਾ ਵੀ ਮੈਂ ਇਹ ਜਦੋਂ ਮੇਰੇ ਬੌਸ ਚਲੇ ਵੀ ਜਾਂਦੇ ਸੀ ਕਿਤੇ ਮੈਨੂੰ ਕਾਲ ਕਰਕੇ ਕਹਿੰਦੇ ਸੀ ਕਿ ਵੀ ਤੂੰ ਆਹ ਕੰਮ ਕਰ ਉਹ ਕੰਮ ਕਰ। 8 ਬੈਡਰੂਮ ਦਾ ਘਰ ਸੀ। ਮੈਂ when he and his wife were away, instead of my usual chores, Mr. Suri or his wife usually would ask me to make large batches of samosas and freeze them or to clean the silverware। ਕਿ ਵੀ ਜਦੋਂ ਛੁੱਟੀ 'ਤੇ ਵੀ ਗਏ ਨੇ ਉਹਨੂੰ ਆਰਾਮ ਨਾਲ ਨਹੀਂ ਬਹਿਣ ਦੇਣਾ ਕਿ ਵੀ ਤੂੰ ਸਮੋਸੇ ਬਣਾ, ਉਹਨੂੰ ਫਰੀਜ਼ ਕਰ। ਉਹਨੂੰ ਕਿਹਾ ਕਿ ਭਾਈ ਉਹਨਾਂ ਨੇ ਮੈਨੂੰ ਬਹੁਤ ਵਾਰੀ ਉਹ ਤਾਨੇ ਮੇਨੇ ਵੀ ਮਾਰਦੇ ਸੀ ਵਰਕ ਹਾਰਡ ਕਰਨ ਦੇ ਲਈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਮੈਂ ਉਹਨੇ ਜਿਹੜੀ ਆ ਉਹਨਾਂ ਦੇ ਘਰੋਂ ਇਹ 2016 ਦੇ ਵਿੱਚ ਮਈ ਦੇ ਮਹੀਨੇ 'ਚ ਇਹ ਬੀਬੀ ਸੀਮਾ ਸ਼ੇਰਗਿੱਲ ਭੱਜ ਗਈ ਉੱਥੋਂ ਔਰ ਆਪਣੀਆਂ ਚੀਜ਼ਾਂ ਵੀ ਉੱਥੇ ਹੀ ਉਹਨਾਂ ਦੇ ਘਰ ਛੱਡ ਗਈ, ਹੋਮਲੈਸ ਹੋ ਗਈ। ਫਿਰ ਉਹ ਫੇਅਰ ਵਰਕ ਓਮਬਡਸਮੈਨ ਜਿਹੜਾ ਉਹਨਾਂ ਨਾਲ ਕੰਟੈਕਟ ਹੋਇਆ, ਸਾਲਵੇਸ਼ਨ ਆਰਮੀ ਨਾਲ ਉਹਨਾਂ ਨੇ ਉਹਨਾਂ ਨੂੰ ਮਿਲਾਇਆ ਅਤੇ ਉਹਨੂੰ 2021 ਦੇ ਵਿੱਚ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਮਿਲੀ। ਔਰ ਜੱਜ ਨੇ ਜਿਹੜਾ ਉਹ ਜਦੋਂ ਫੈਸਲਾ ਸੁਣਾਇਆ, ਹਾਲਾਂਕਿ ਉਹਦੇ 'ਚ ਮਿਸਟਰ ਸੂਰੀ ਤਾਂ ਉੱਥੇ ਨਹੀਂ ਸੀ, ਜਸਟਿਸ ਰੈਪਰ ਨੇ ਕਿਹਾ ਕਿ ਮਿਸਟਰ ਸੂਰੀ ਕੰਟਰਾਵੀਨਡ 4 ਸੈਪਰੇਟ ਸੈਕਸ਼ਨਸ ਆਫ ਦਾ ਫੇਅਰ ਵਰਕ ਐਕਟ। ਇਹ ਆਸਟ੍ਰੇਲੀਆ ਦਾ ਐਕਟ ਹੈ ਜਿਹਦੇ ਥੱਲੇ ਫੈਸਲਾ ਸੁਣਾਇਆ ਗਿਆ। ਔਰ ਉਹਦੇ 'ਚ ਇਹਨੇ ਕਿਹਾ ਕਿ ਈਵਨ ਹਰ ਪਾਸਪੋਰਟ ਵਾਜ਼ ਟੇਕਨ ਫਰੋਮ ਹਰ, ਸ਼ੀ ਵਰਕਡ 7 days a week, was never permitted to take leave and was only allowed outside the house for brief periods a day when looking after Mr. Suri's dog। ਹੁਣ ਇਹ 1,36,000 ਦਾ ਜਿਹੜਾ ਉਹਨਾਂ ਨੇ ਹਰਜਾਨਾ ਔਰ 60 ਦਿਨ ਦਾ ਟਾਈਮ ਦਿੱਤਾ ਹੈ ਕਿ 60 ਦਿਨਾਂ ਦੇ ਵਿੱਚ ਪੇ ਕਰੋ। ਹੁਣ ਇਹਦੇ 'ਚ 2-3 ਚੀਜ਼ਾਂ ਜਿਹੜੀਆਂ ਇਹ ਇਹਨਾਂ ਦਾ ਡਿਪਲੋਮੈਟਿਕ ਟਿਫ ਵੀ ਹੋਇਆ ਜਾਂ ਅੱਗੋਂ ਵੀ ਹੋਏਗਾ। ਵੀ ਪਹਿਲੀ ਗੱਲ, ਜਦੋਂ ਤੱਕ ਤਾਂ ਉਹ ਉੱਥੇ ਹਾਈ ਕਮਿਸ਼ਨਰ ਸੀ ਉਹਦੇ ਕੋਲ ਡਿਪਲੋਮੈਟਿਕ ਇਮਿਊਨਿਟੀ ਸੀ, ਉਹਦੇ 'ਤੇ ਕੇਸ ਨਹੀਂ ਸੀ ਜਾ। ਹੁਣ ਤਾਂ ਉਹ ਡਿਪਲੋਮੈਟਿਕ ਇਮਿਊਨਿਟੀ ਨਹੀਂ ਹੈ। ਕੇਸ ਸਿਵਲ ਕੋਰਟ 'ਚ ਗਿਆ, ਫੈਸਲਾ ਸੁਣਾਇਆ। ਔਰ ਕੀ ਹੁਣ ਜੇ ਉਹ ਨਵਦੀਪ ਸੂਰੀ ਉਹਨੂੰ ਆਨਰ ਨਹੀਂ ਕਰਦਾ ਫੈਸਲੇ ਨੂੰ, ਕੀ ਆਸਟ੍ਰੇਲੀਅਨ ਗੌਰਮੈਂਟ ਐਕਸਟ੍ਰੈਡੀਸ਼ਨ ਫਾਈਲ ਉਹਦੀ ਐਕਸਟ੍ਰੈਡੀਸ਼ਨ ਮੰਗੇਗੀ ਇੰਡੀਆ ਤੋਂ ਕਿ ਭਾਈ ਲਿਆਓ ਇਹਨੂੰ ਇੱਥੇ ਆ ਕੇ ਪੇ ਕਰੇ। ਲੇਕਿਨ ਇੰਡੀਆ ਨੇ ਜਿਵੇਂ ਇਸ ਦੇ ਉੱਤੇ ਚੀਕਾਂ ਮਾਰੀਆਂ ਨੇ, ਇੰਡੀਆ ਰਿਜੈਕਟਸ ਆਸਟ੍ਰੇਲੀਅਨ ਕੋਰਟਸ ਆਰਡਰ ਆਸਕਿੰਗ ਐਕਸ ਐਨਵॉय to pay compensation to former domestic employee. We are taking up the matter with Australian authorities and would urge them to uphold its obligations under the Vienna Convention। ਹੁਣ ਇਹਨਾਂ ਨੂੰ ਇੰਡੀਆ ਨੂੰ ਵਿਆਨਾ ਕਨਵੈਨਸ਼ਨ ਯਾਦ ਆਈ ਜਦੋਂ ਟਰੂਡੋ ਨੇ ਕਿਹਾ ਸੀ ਕਿ ਵੀ ਤੁਸੀਂ ਵਿਆਨਾ ਜਿਹੜੀ ਕਨਵੈਨਸ਼ਨ ਹੈ ਉਸ ਦੀ ਉਲੰਘਣਾ ਕਰਕੇ ਆ ਕੇ ਤੁਸੀਂ ਸਾਡੇ ਮੁਲਕ ਦੇ ਵਿੱਚ ਸਾਡਾ ਸ਼ਹਿਰੀ ਮਾਰਿਆ। ਉਦੋਂ ਇਹ ਕਹਿੰਦੇ ਸੀ ਕਿਹੜੀ ਵਿਆਨਾ ਕਨਵੈਨਸ਼ਨ। ਔਰ ਹੁਣ ਜਦੋਂ ਕਿ ਆਸਟ੍ਰੇਲੀਅਨ ਕੋਰਟ ਨੇ ਡੋਮੈਸਟਿਕ ਹੈਲਪ ਨੂੰ, ਇੱਥੇ ਅਮਰੀਕਾ 'ਚ ਵੀ ਇਵੇਂ ਹੋਇਆ, ਇੱਥੇ ਉਹ ਦੇਵਨਾਣੀ ਕਿ ਕੀ ਸੀਗੀ ਇੱਥੇ ਕੌਂਸਲੇਟ ਨਿਊਯਾਰਕ 'ਚ, ਉਹਨੇ ਵੀ ਇਵੇਂ ਹੀ ਸਲੂਕ ਕੀਤਾ ਸੀ। ਨੌਕਰਾਣੀ ਨੇ ਅਮਰੀਕਨ ਲਾ ਦੇ ਥੱਲੇ ਉਹਨੂੰ ਫਿਰ ਬਾਹਰ ਕੱਢਿਆ ਗਿਆ ਸੀ, ਪਰ ਉਹ ਸਰਵਿੰਗ ਸੀਗੀ ਉਦੋਂ ਕੌਂਸਲੇਟ ਇੱਥੇ, ਔਰ ਉਹਨੂੰ ਜਾਣਾ ਪਿਆ ਸੀ ਆਪਣੇ ਸਾਰੇ ਅਮਲੇ ਫੈਲੇ। ਹੁਣ ਇਹ ਕੇਸ ਬੜਾ ਇੰਟਰਸਟਿੰਗ ਹੋਏਗਾ ਆਉਣ ਵਾਲੇ ਪੀਰੀਅਡ। ਪਰ ਇਸ ਸਾਰੇ ਦੇ ਵਿੱਚ ਜਿਹੜਾ ਦਿਲਚਸਪ ਪਾਰਟ ਇਹ ਹੈ ਕਿ ਵੀ ਉਹਨਾਂ ਨੇ ਕਿਹਾ ਹੁਣ ਤੁਸੀਂ ਦੇਖੋ ਜਿਹਨੂੰ ਚੋਰ ਤੇ ਚਤਰ ਬਜਾਏ ਕਿ ਕੋਰਟ ਦੇ ਇਸ ਡਿਸੀਜਨ ਨੂੰ ਇੰਪਲੀਮੈਂਟ ਕਰਨ ਦੇ, ਇੰਡੀਆ ਦੀ ਫੋਰਨ ਮਿਨਿਸਟਰੀ ਕਹਿ ਰਹੀ ਹੈ ਹੀ ਸੈਡ India has repeatedly requested Australian authorities to locate and repatriate Seema Shergill to India। ਉਹਨੂੰ ਕਿਹਾ ਜੀ ਇਹ ਤਾਂ ਇੰਡੀਅਨ ਸਿਟੀਜ਼ਨ ਸੀ, ਇਹਨੂੰ ਤੁਸੀਂ ਕਿਵੇਂ ਦੇਤੀ ਇੱਥੇ, ਇਹਨੂੰ ਸਾਨੂੰ ਵਾਪਸ ਭੇਜੋ, ਸਾਡੇ ਕੋਲ ਭੇਜੋ। ਉਹ ਹੁਣ ਤੁਹਾਨੂੰ ਵਾਪਸ ਭੇਜਣਗੇ। ਉਹਨਾਂ ਨੇ ਉਹ ਨੱਕ ਜਿਹੜਾ ਉਹਨਾਂ ਦਾ ਥੱਲੇ ਰਗੜਾਉਣਾ ਸ਼ੁਰੂ ਕਰ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਉਹ ਮੋਟੀਵੇਟਿਡ ਹੈ, ਉਹਦਾ ਗਲਤ ਕੰਡਕਟ ਹੈ
let me reiterate, we reject any locus standi of Australian authorities to educate on matters concerning such India-based service staff of High Commission. ਇੰਡੀਆ ਬੇਸਡ ਤੁਸੀਂ ਆਸਟ੍ਰੇਲੀਆ ਚ ਉਹਨੂੰ ਹਾਇਰ ਕਰਕੇ ਲਿਆਏ ਹੋ, ਜ਼ਾਹਰ ਹੈ ਵੀਜ਼ਾ ਹੋਏਗਾ, ਪਾਸਪੋਰਟ ਉਹਨੇ ਰੱਖਿਆ ਹੋਇਆ ਹੈ ਉਹਨੂੰ ਕਰਨ ਨੂੰ, ਉਹਨੂੰ ਤੁਸੀਂ ਐਕਸਪਲੋਇਟ ਕਰ ਰਹੇ ਹੋ। ਨਾਲ ਤੁਸੀਂ ਕਹਿ ਰਹੇ ਹੋ any grievance that she may have has to be suitably redressed only in India, ਕਿ ਉਹ ਬੱਕਰਾ ਜਿਹੜਾ ਹੈ ਉਹ ਕਸਾਈ ਤੋਂ ਇਨਸਾਫ ਮੰਗੇਗਾ। ਸੋ ਮੈਂ ਸਮਝਦਾ ਇਟਸ ਵੈਰੀ ਇੰਟਰਸਟਿੰਗ ਕੇਸ। ਸ਼ਾਇਦ ਇਸ ਕਿਸਮ ਦਾ ਪ੍ਰੈਸੀਡੈਂਟ ਪਹਿਲਾਂ ਨਾ ਹੋਏ। ਇਹ ਤਾਂ ਹੋਇਆ ਕਿ ਵੀ ਜਿਵੇਂ ਮੈਂ ਇੱਥੋਂ ਦਾ ਮੈਂਸ਼ਨ ਕੀਤਾ ਕਿ ਨਿਊਯਾਰਕ ਦੀ ਕੌਂਸਲ ਜਨਰਲ ਸੀ ਦੇਵਰਾਣੀ ਸੀ ਉਹਦਾ ਨਾਂ, ਇੱਦਾਂ ਦਾ ਹੀ ਕੇਸ ਸੀ। ਸੋ ਉਹਦੇ ਥੱਲੇ ਉਹਨੂੰ ਜਿਹੜੀ ਨੌਕਰਾਣੀ ਦੇ ਨਾਲ ਵਾਇਲੈਂਸ ਜਾਂ ਡੋਮੈਸਟਿਕ ਐਕਸਪਲੋਇਟੇਸ਼ਨ ਸੀ, ਉਹਨੂੰ ਅਮਰੀਕਾ 'ਚ ਰਾਹ ਮਿਲ ਗਿਆ ਸੀ ਤਾਂ ਉਹਨੂੰ ਇੱਥੋਂ ਮੁਲਕ 'ਚੋਂ ਜਾਣਾ ਪਿਆ ਸੀ। ਪਰ ਕੰਪਨਸੇਸ਼ਨ ਦਾ ਕੇਸ ਅਮਰੀਕਨ ਕੋਰਟ 'ਚ ਨਹੀਂ ਸੀ। ਹੁਣ ਇਹ ਦਿਲਚਸਪ ਗੱਲ ਹੋਏਗੀ, ਪਰ ਅਸੀਂ ਇਹ ਦੇਖਦੇ ਹਾਂ ਵੀ ਅਮਰੀਕਾ ਦਾ ਬਲਿੰਕਨ ਉੱਥੇ ਜਾ ਕੇ ਉਹਨਾਂ ਨੂੰ ਕਹਿ ਰਿਹਾ ਹੈ ਕਿ ਮਸਟ ਕੋਆਪਰੇਟ ਵਿਦ ਕੈਨੇਡਾ। ਕੈਨੇਡਾ ਨੇ ਐ ਜੁੱਤੀ ਚੁੱਕੀ ਹੋਈ ਹੈ ਵੀ ਇਹ ਤੁਹਾਡੇ ਸਿਰ 'ਚ ਮਾਰਨੀ ਹੈ ਤੁਸੀਂ ਜੋ ਕਰਤੂਤ ਕੀਤੀ ਹੈ। ਤੇ ਆਸਟ੍ਰੇਲੀਆ ਜਿਹਦਾ ਪ੍ਰਾਈਮ ਮਿਨਿਸਟਰ ਇੱਕ ਵੇਟਰ ਵਾਂਗ ਬਿਹੇਵ ਕਰਦਾ ਰਿਹਾ ਇੰਡੀਅਨ ਮੋਦੀ ਦੇ ਸਾਹਮਣੇ, ਹੁਣ ਈਵਨ ਉਹਨਾਂ ਦੇ ਅਦਾਲਤੀ ਸਿਸਟਮ ਨੇ ਵੀ ਦੇਖ ਲਿਆ। ਤੇ ਜਦੋਂ ਉਹਨਾਂ ਦੇ ਮੇਨ ਸਟ੍ਰੀਮ 'ਚ ਖਬਰਾਂ ਲੱਗਦੀਆਂ ਨੇ, ਉਹਨਾਂ ਨੂੰ ਇਹ ਤਾਂ ਨਜ਼ਰ ਆਉਂਦਾ ਹੈ ਵੀ ਇਹ ਜਿਹੜੇ ਅਦਰਵਾਈਜ਼ ਬੜੇ ਕੰਪੈਸ਼ਨ ਤੇ ਯੋਗਾ ਤੇ ਰੂਹਾਨੀਅਤ ਤੇ ਦੂਜਿਆਂ ਦੀ ਗੱਲ ਕਰਦੇ ਨੇ, ਇਹ ਤਾਂ ਆਪਣੇ ਈਵਨ ਫੈਲੋ ਸਰਵੈਂਟਸ ਨੂੰ ਜਿਹੜੇ ਨੇ ਜਾਨਵਰਾਂ ਤੋਂ ਬਦਤਰ ਟ੍ਰੀਟ ਕਰਦੇ ਨੇ ਔਰ ਲਾਅ ਨੂੰ ਕਿਵੇਂ ਫਲਾਊਟ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।